द स्टाइलर न्यूज़ वैब टीवी देख रहे सारे दर्शकों का बहुत बहुत स्वागत है। जिमें कि साडा हुशियारपुर जिला जिहड़ा एजुकेशन लिए पहला जानिया जाता, तो इस दे नाल हुशियारपुर जिला दुआबा एरिया आप कह लीए तो अंबां दे लई भी जानिया जाता, उस तो बाद किन्नू लई जानिया जाता, तो खेतीबाड़ी लई भी जानिया जाता। असीं ये मनदे हां दुआबा एरिया जिहड़ा आ, तो जे आपां गल करिए क्योंकि जिद्दां इलैक्शन पिछे लंघ के गए आ, जिद्दां रवैती पार्टियां तो बदलाव लिआंदा पंजाब वासियां ने, तो साडे इत्थे सज्जण आए ने। ये एरिया पैंदा जी हुशियारपुर तो जलंधर रोड सांधरा पिंड। मनिंदर सिंह जी साडे सज्जण जिहड़े 9 साल न्यूजीलैंड दे विच ला के आए आ, तो उस तो बाद इत्थे आके इन्हां ने एक जिद्दां समय की जिद्दां लोड़ आ, समय की मंग आ, खास करके जे मैं इस खेती नाल रिलेटेड गल करां तो ये जिहड़ा आ जदों मौसम बदलदा तो इहदी काफ़ी जिहड़ी फ्रूट की इहदी लोड़ पैंदी आ। मैं फ्रूट का नाम तुहानूं बाद च दसदा। पहलां असीं देख सकदे कि जिद्दां जदों सैल घट जांदे आ तो उहदे विच कीवी फल की जरूरत पैंदी आ, ते उस तो बाद एक तुसीं नाम सुनिया होना, काफ़ी बंदिਆਂ ਲਈ ਇਹ ਜਿਹੜਾ ਨਾਮ ਨਵਾਂ ਹੋਣਾ बिल्कुल। ਇਹ फ्रूट का नाम हैगा जी ड्रैगन फ्रूट। तो मनिंदर सिंह हुणां ने ਜਿਹੜਾ न्यूजीलैंड 9 साल लाउण तो बाद पंजाब ਦੇ ਵਿੱਚ ਆ ਕੇ एक बिल्कुल बदलाव की ਜਿਹੜੀ खेती शुरू की आ, तो ये ਜਿਹੜੀ खेती हैगी आ ड्रैगन फ्रूट की खेती आ। ਅਸੀਂ ਮਨਿੰਦਰ ਸਿੰਘ ਹੁਣਾਂ ਨਾਲ ਗੱਲ ਕਰਾਂਗੇ ਵੀ ਉਹਨਾਂ ਦਾ 9 ਸਾਲ ਦਾ ਜਿਹੜਾ न्यूजीलैंड ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਕਿਉਂਕਿ ਪੰਜਾਬ ਦੇ ਜਿਹੜੇ ਅੱਜ ਕੱਲ੍ਹ ਯੂਥ ਆ, ਪੰਜਾਬ ਦੀ ਨੌਜਵਾਨ ਪੀੜ੍ਹੀ ਆ, ਇਹਨਾਂ ਦੇ ਦਿਮਾਗ ਵਿੱਚ ਇੱਕੋ ਹੀ ਗੱਲ ਆ ਵੀ ਜਿਹੜਾ ਪੰਜਾਬ ਦੇ ਵਿੱਚ ਰੋਜ਼ਗਾਰ ਹੈ ਨਹੀਂ ਜਾਂ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਤੇ ਅਸੀਂ ਫੋਰਨ ਦੇ ਵਿੱਚ ਜਾ ਕੇ ਸੈੱਟ ਹੋਣਾ। ਪਰ ਇਹਨਾਂ ਨੇ 9 ਸਾਲ ਲਾਉਣ ਤੋਂ ਬਾਅਦ ਇੱਥੇ ਆ ਕੇ ਜਿਹੜੀ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਆ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹਦੇ ਬਾਰੇ ਕੀ ਇਹਨਾਂ ਦਾ ਕਹਿਣਾ ਆ। ਸਾਡੇ ਨਾਲ ਹੁਣ ਮੌਜੂਦ ਨੇ ਮਨਿੰਦਰ ਸਿੰਘ ਜੀ, ਜੋ 9 ਸਾਲ न्यूजीलैंड ਦੇ ਵਿੱਚ ਲਾ ਕੇ ਆਏ ਆ ਤੇ ਪੰਜਾਬ ਦੇ ਵਿੱਚ ਆਪਣੇ ਪਿੰਡ ਸਾਂਧਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਿਹੜਾ ਪੈਂਦਾ ਆ, ਇੱਥੇ ਆ ਕੇ ਇਹਨਾਂ ਨੇ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਆ। ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਉੱਥੇ ਦਾ ਕਿੱਦਾਂ ਦਾ ਇਹਨਾਂ ਦਾ ਐਕਸਪੀਰੀਅੰਸ ਰਿਹਾ, ਤੇ ਉਸ ਤੋਂ ਬਾਅਦ ਕਿੱਦਾਂ ਇਹਨਾਂ ਦੇ ਮਨ ਵਿੱਚ ਆਇਆ ਵੀ ਪੰਜਾਬ ਦੇ ਵਿੱਚ ਆਪਣੇ ਪਿੰਡ ਜਾ ਕੇ ਤੇ ਇਹਨਾਂ ਨੇ ਇੱਕ ਅਲੱਗ ਰਵਾਇਤੀ ਫਸਲਾਂ ਤੋਂ ਹਟ ਕੇ ਤੇ ਜਿਹੜੀ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨੀ ਆ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਕਿੱਦਾਂ ਤੁਹਾਡੇ ਮਨ ਵਿੱਚ ਇਹ ਚੀਜ਼ ਆਈ ਵੀ न्यूजीलैंड 9 ਸਾਲ ਲਾਉਣ ਤੋਂ ਬਾਅਦ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਯੂਥ ਆ ਮੈਕਸਿਮਮ ਇਹੀ ਉਹ ਚਾਹੁੰਦਾ ਵੀ ਮੈਂ ਫੋਰਨ ਦੇ ਵਿੱਚ ਹੀ ਜਾ ਕੇ ਸੈੱਟ ਹੋਵਾਂ, ਤੇ ਤੁਸੀਂ 9 ਸਾਲ ਉੱਥੇ ਲਾਉਣ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਇੱਕ ਸਪੈਸ਼ਲ ਕਿਸਮ ਦੀ ਜਿਹੜੀ ਖੇਤੀ ਇਹ ਸ਼ੁਰੂ ਕੀਤੀ ਇੱਥੇ। न्यूजीलैंड ਬਾਈ ਮੈਂ ਗਿਆ ਸੀ 2010 ਦੇ ਵਿੱਚ, ਸਟੂਡੈਂਟ ਵੀਜ਼ੇ 'ਤੇ ਗਿਆ ਸੀਗਾ, ਤੇ ਉੱਥੇ ਕਿਸੇ ਕਾਰਨ ਕਰਕੇ ਚਲੋ ਮੈਨੂੰ ਵਾਪਸ ਆਉਣਾ ਪੈ ਗਿਆ 9 ਸਾਲ ਬਾਅਦ। ਤੇ ਜਦੋਂ ਮੈਨੂੰ ਪਤਾ ਸੀਗਾ ਵੀ ਹੁਣ ਮਤਲਬ ਜਾਣਾ ਪੈਣਾ ਆ, ਪਹਿਲਾਂ ਹੀ ਚਲੋ ਤੁਹਾਨੂੰ ਪਤਾ ਲੱਗਣ ਲੱਗ ਪੈਂਦਾ ਵੀਜ਼ਾ ਵਗੈਰਾ ਪ੍ਰੋਬਲਮ ਆ ਗਈ ਥੋੜ੍ਹੀ, ਤੇ ਮੈਂ ਉਦੋਂ ਦੇਖਣ ਲੱਗ ਪਿਆ ਸੀਗਾ ਵੀ ਉੱਥੇ ਜਾ ਕੇ ਆਪਾਂ ਕੀ ਕਰਨਾ। ਇੱਥੋਂ ਵੀ ਚਲੋ ਖੇਤੀਬਾੜੀ ਨਾਲ ਸੰਬੰਧਿਤ ਹੀ ਪਰਿਵਾਰ ਸਾਡਾ ਖੇਤੀਬਾੜੀ ਕਰਦੇ ਹੀ ਗਏ, ਇੱਥੋਂ ਵੀ ਪਹਿਲਾਂ ਸੀਗੀ ਨੌਲੇਜ। ਤੇ ਫਿਰ ਮੈਂ ਉਹ ਦੇਖਦਾ ਸੀਗਾ ਜਿੱਦਾਂ ਨਵੀਂ ਚੀਜ਼ ਸੀਗੀ ਡਰੈਗਨ ਫਰੂਟ, ਆਪਣੇ ਮਨ 'ਚ ਸੀਗਾ ਵੀ ਥੋੜ੍ਹਾ ਜਿਹਾ ਡਿਫਰੈਂਟ ਕਰੀਏ ਜਾ ਕੇ। ਤੇ ਉੱਥੋਂ ਫਿਰ YouTube ਤੋਂ ਲੱਗ ਪਿਆ ਸੀ ਦੇਖਣ ਮੈਂ ਮਤਲਬ ਕੀ ਇਹਦੀ ਮੋਰੇ ਫਿਊਚਰ ਕੀ ਆ ਤੇ ਪ੍ਰੋਡਕਸ਼ਨ ਕਿੱਦਾਂ, ਕਿੱਥੋਂ ਬੂਟੇ ਲੈ ਕੇ ਆਉਣੇ ਆ। ਫਿਰ ਉੱਥੋਂ ਆ ਕੇ ਫਿਰ ਸਾਲ ਕੁ ਬਾਅਦ ਆਪਾਂ ਗਏ ਸੀਗੇ ਜਿੱਥੇ ਬੂਟੇ ਲੱਗੇ ਵਾ, ਉੱਥੇ ਦੇਖ ਕੇ ਆਏ ਆ ਬਾਗ ਸਾਰਾ, ਉਹਨਾਂ ਨਾਲ ਗੱਲਬਾਤ ਕੀਤੀ ਆ, ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਆ ਕੇ ਲਾਇਆ ਆਪਣੇ ਜਿਹੜਾ ਲਵਾਇਆ ਬਾਗ ਨਾ। ਸਰ, ਤੁਸੀਂ ਗੱਲ ਕੀਤੀ ਆ ਵੀ ਤੁਸੀਂ ਜਿਹੜਾ ਸਾਰਾ YouTube ਤੋਂ ਪਹਿਲਾਂ ਨੌਲੇਜ ਲਈ ਇਹਦੀ। ਹਾਂਜੀ। ਤੇ ਡਿਜੀਟਲ ਇੰਡੀਆ ਦਾ ਜਿਹੜਾ ਯੁੱਗ ਹੈ ਇਸ ਟਾਈਮ, ਤੇ ਨੈੱਟ ਦੀ ਜੇ ਆਪਾਂ ਗੱਲ ਕਰੀਏ, ਨੈੱਟ ਦੇ ਫਾਇਦੇ ਵੀ ਬਹੁਤ ਆ ਤੇ ਨੁਕਸਾਨ ਵੀ ਬਹੁਤ ਆ। ਹਾਂਜੀ ਹਾਂਜੀ। ਤੇ ਇਹਦੀਆਂ ਅਲੱਗ-ਅਲੱਗ ਧਾਰਨਾਵਾਂ ਆ ਹਰੇਕ ਦੇ ਮਨ ਵਿੱਚ, ਪਰ ਤੁਸੀਂ ਇਹਦਾ ਜਿਹੜਾ ਫਾਇਦਾ ਉਠਾਇਆ ਤੇ ਇਹ ਖੇਤੀ ਦੀ ਜਿਹੜੀ ਨੌਲੇਜ ਇੱਥੋਂ ਲਈ। ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਸਵਾਲ ਮੇਰਾ ਇਹ ਆ ਵੀ ਜਿਹੜਾ ਇਹਦਾ ਬੂਟਾ ਲੱਗਦਾ ਜਾਂ ਬੀਜ ਇਹਦਾ ਬੀਜਿਆ ਜਾਂਦਾ ਜੀ? ਇਹਦਾ ਬੂਟਾ ਲੱਗਦਾ ਜੀ, ਇਹਦੀ ਕਟਿੰਗ ਲੱਗਦੀ ਜਿੱਦਾਂ। ਹਾਂਜੀ, ਇਹਦਾ ਬੀਜ ਨਹੀਂ ਲੱਗਦਾ, ਕਟਿੰਗ ਤੋਂ ਜਿੱਦਾਂ ਤਿਆਰ ਹੋ ਜਾਂਦਾ ਉਹ, ਇਹਦੀ ਕਟਿੰਗ ਕਰਕੇ ਉਹ ਕਰ ਲਾਉਂਦੇ ਆ ਬੈਗ ਦੇ ਵਿੱਚ, ਉਹਦੇ ਵਿੱਚ ਹੀ ਤਿਆਰ ਹੁੰਦਾ ਆ। ਡਰੈਗਨ ਫਰੂਟ ਦੇ ਫਾਰਮ ਦੇ ਵਿੱਚ ਹੀ ਆਪਾਂ ਖੜੇ ਆ, ਇੱਥੇ ਗੱਲਬਾਤ ਮਨਿੰਦਰ ਸਿੰਘ ਜੀ ਨਾਲ ਕਰ ਰਹੇ ਆ। ਮੈਂ ਇਹਨਾਂ ਨੂੰ ਕਹੂੰਗਾ ਵੀ ਜਿਹੜਾ ਇਹ ਬੂਟਾ ਦਿਖਾਇਆ ਜਾਵੇ। ਅੱਜ ਤੱਕ ਅਸੀਂ ਇਦਾਂ ਦੀ ਕੋਈ ਫਸਲ ਨਹੀਂ ਦੇਖੀ ਜਿਹਦੇ ਵਿੱਚ ਆ ਖੰਭੇ ਲੱਗੇ ਹੋ ਆ ਤੇ ਉੱਤੇ ਇੱਕ ਚੱਕਰ ਜਿਹਾ ਵੀ ਲਾਇਆ। ਇਹ ਕੀ ਚੀਜ਼ ਆ ਜੀ ਇਹ ਭਾਜੀ ਇਹਨੂੰ ਸਪੋਰਟ ਚਾਹੀਦੀ ਆ, ਜਿੱਦਾਂ ਜਦੋਂ ਸਟਾਰਟਿੰਗ ਦੇ ਵਿੱਚ ਆਪਾਂ ਬੂਟਾ ਲਾਉਂਦੇ ਆ ਨਾ, ਹਾਂਜੀ, ਇਹ ਜਿੱਦਾਂ ਵੱਧਦਾ ਆ ਉੱਪਰ ਗਰੋਥ ਹੁੰਦੀ ਇਹਦੀ, ਫਿਰ ਉਹਨੂੰ ਇਦਾਂ ਜਦੋਂ ਬਾਹਰ ਨੂੰ ਡਿੱਗਣ ਦਾ ਇਹਨੂੰ ਖਤਰਾ ਰਹਿੰਦਾ, ਜੇ ਡਿੱਗ ਗਿਆ ਤਾਂ ਇਹ ਟੁੱਟ ਜਾਣਾ, ਤੇ ਇਹਨੂੰ ਫਿਰ ਬੰਨ੍ਹ ਕੇ ਆਪਾਂ ਉੱਪਰ ਲੈ ਕੇ ਜਾਣਾ ਪੈਂਦਾ ਉੱਪਰ। ਫਿਰ ਹੁਣ ਆ ਇਹਦੀ ਸਪੋਰਟ ਹੈਗੀ ਆ, ਇਹ ਸਪੋਰਟ ਦੇ ਆਸਰੇ ਮਤਲਬ ਇਹ ਬੂਟਾ ਸਾਰਾ ਰਹੂਗਾ, ਤਾਂ ਕਰਕੇ ਰਿੰਗ ਲਾਇਆ ਹੋਇਆ। ਇਹ ਕਿੰਨਾ ਕੁ ਚਿਰ ਤੁਹਾਨੂੰ ਇਹਦੀ ਨੌਲੇਜ ਲੈਣ ਨੂੰ ਲੱਗਾ, ਕਿਉਂਕਿ ਆਨਲਾਈਨ ਹੀ ਤੁਸੀਂ ਨੌਲੇਜ ਲਈ ਆ, ਕਿੰਨਾ ਕੁ ਟਾਈਮ ਤੁਹਾਨੂੰ ਲੱਗਿਆ ਸੀਗਾ? ਇਹ ਮਤਲਬ ਦੇਖਦੇ ਰਹਿੰਦੇ ਇਹ ਵੀਡੀਓਜ਼ ਵਗੈਰਾ, ਆਪਣੇ ਪੰਜਾਬ 'ਚ ਤਾਂ ਘੱਟ ਆ, ਗੁਜਰਾਤ ਦੇ ਵਿੱਚ ਤਾਂ ਬਹੁਤ ਪੁਰਾਣੇ ਆ, ਉੱਧਰ ਖੇਤੀ ਇਹਦੀ ਚੰਗੀ ਆ, ਤੇ ਉਹੀ YouTube ਤੋਂ ਵੀਡੀਓ ਵਗੈਰਾ ਦੇਖਦੇ ਸੀਗੇ, ਤੇ ਹੁਣ ਵੀ ਮਤਲਬ ਦੇਖਦੇ ਰਹੀਦਾ। ਹੁਣ ਕਈ ਚੀਜ਼ਾਂ ਸਾਡੇ ਲਈ ਨਵੀਆਂ ਆ, ਉਹ ਐਕਸਪੀਰੀਅੰਸ ਕਰ ਚੁੱਕੇ ਆ। ਤੁਸੀਂ ਦੱਸਿਆ ਪਏ ਖੇਤੀਬਾੜੀ ਫੈਮਿਲੀ ਨਾਲ ਹੀ ਤੁਸੀਂ ਰਿਲੇਟਡ ਹੋ ਸ਼ੁਰੂ ਤੋਂ,
ਤੇ ਫਿਰ ਵੀ ਜਦੋਂ ਅਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਆ ਜਾਂ ਨਵੀਂ ਕਿਸੇ ਚੀਜ਼ ਦੀ ਖੇਤੀ ਕਰਨੀ ਹੁੰਦੀ ਤੇ ਇੱਕ ਮਨ 'ਚ ਦੁਵਿਧਾ ਹੁੰਦੀ ਆ ਹਾਂਜੀ ਜਾਂ ਡਬਲ ਮਾਈਂਡਡ ਬੰਦਾ ਹੁੰਦਾ। ਤੁਸੀਂ ਕਿਸੇ ਨਾਲ ਸਲਾਹ, ਘਰਦਿਆਂ ਨਾਲ ਸਲਾਹ ਕੀਤੀ ਹੋਣੀ ਆ, ਸੱਜਣਾ ਮਿੱਤਰਾਂ ਨਾਲ ਕੀਤੀ ਹੋਣੀ ਸਲਾਹ, ਤੇ ਉਹਨਾਂ ਦਾ ਉਸ ਵੇਲੇ ਕੀ ਰਿਸਪੌਂਸ ਸੀ ਤੁਹਾਨੂੰ? ਅਸੀਂ ਸੱਜਣ ਮਿੱਤਰ ਹੀ ਗਏ ਸੀਗੇ ਦੇਖਣ, ਬਰਨਾਲੇ ਗਏ ਸੀ ਦੇਖਣ। ਆਪਾਂ ਮੁੰਡਾ ਫਰੈਂਡ ਮੇਰਾ ਅਮਰਵੀਰ, ਉਹ ਨਿਊਜ਼ੀਲੈਂਡ ਹੀ ਆ ਹੁਣ, ਤੇ ਆਪਾਂ ਇਕੱਠੇ ਹੀ ਗਏ ਸੀ ਦੇਖਣ। ਉੱਥੇ ਤਾਂ ਵਧੀਆ ਮਤਲਬ ਲੱਗਿਆ ਸੀਗਾ ਵੀ ਉਹਨੇ ਦੱਸਿਆ ਜੋ ਉਹਨਾਂ ਦਾ ਐਕਸਪੀਰੀਅੰਸ ਸੀਗਾ ਵੀ ਸਾਨੂੰ ਵੀ 2 ਸਾਲ ਹੋ ਗਏ ਲਾਏ ਨੂੰ, ਵੀ ਸਾਡਾ ਫਰੂਟ ਆ ਜਿਹੜਾ ਖੇਤ ਦੇ ਵਿੱਚੋਂ ਹੀ ਵਿਕ ਜਾਂਦਾ, ਸਾਨੂੰ ਕਿਤੇ ਲਿਜਾਣ ਦੀ ਅੱਜ ਤੱਕ ਲੋੜ ਨਹੀਂ ਪਈ। ਤੇ ਉਹਨੂੰ ਦੇਖ ਕੇ ਵੀ ਲੱਗਾ ਵੀ ਹਾਂ ਵੀ ਚਲੋ ਅਸੀਂ ਵੀ ਲਾਉਣੇ, ਸਾਡੇ ਏਰੀਏ 'ਚ ਹੈ ਵੀ ਨਹੀਂ ਹੋਰ ਕਿਤੇ। ਤੇ ਆ ਹੁਣ ਮੇਰਾ ਖਿਆਲ 1-2 ਜਗ੍ਹਾ ਲੱਗੇ ਆ, ਜਾਂ ਖਨੂਰ ਪਿੰਡ ਹੈਗਾ ਆ, ਤੇ ਹੋਰ ਸਾਡੇ ਏਰੀਏ 'ਚ ਹੈ ਨਹੀਂ ਅਜੇ ਕਿਤੇ। ਤੇ ਕਿੰਨਾ ਕੁ ਚਿਰ ਸਰ ਹੋ ਗਿਆ ਜੀ ਇਹਨੂੰ ਆਪਾਂ ਸ਼ੁਰੂ ਕੀਤੇ ਨੂੰ ਇੱਥੇ? ਇਹਨੂੰ ਅਕਤੂਬਰ 'ਚ 2 ਸਾਲ ਹੋਣੇ ਆ ਜੀ। ਤੇ ਕਿੰਨਾ ਕੁ ਲਾਹੇਵੰਦ ਜਿਹੜਾ ਇਹ ਕਿੱਤਾ ਲੱਗਦਾ ਤੁਹਾਨੂੰ? ਪਹਿਲੇ ਸਾਲ ਤਾਂ ਜਿਹੜਾ ਫਰੂਟ ਇਹਦੇ ਕੁਛ ਜ਼ਿਆਦਾ ਨਹੀਂ ਆਇਆ ਸੀਗਾ, ਜਿੱਦਾਂ 100-150 ਪੀਸ ਆਇਆ, ਆਪਾਂ ਖਾ ਲਿਆ, ਕੋਈ ਰਿਸ਼ਤੇਦਾਰਾਂ ਨੂੰ ਟੇਸਟ ਕਰਵਾਤਾ, ਉਹ ਟੇਸਟ ਵਾਲਾ ਫਰੂਟ ਹੀ ਆਇਆ ਜਿੱਦਾਂ, ਆਪਾਂ ਵੇਚਿਆ ਨਹੀਂ ਕਮਰਸ਼ਲੀ। ਤੇ ਐਤਕੀ ਆਪਣਾ ਜਿੱਦਾਂ ਫਰੂਟ ਵਧੀਆ ਆ, ਅਸੀਂ ਵੇਚ ਰਹੇ ਹਾਂ, ਹੁਣ 2 ਵਾਰੀ ਵੇਚ ਲਿਆ, ਹੁਣ ਦੁਬਾਰਾ ਫਿਰ ਹੁਣ ਫਰੂਟ ਪੱਕਿਆ, ਪਿਕਿੰਗ ਕਰਾਂਗੇ ਇਹਦੀ। ਤੁਸੀਂ ਹੁਣੇ ਹੀ ਗੱਲ ਕਹੀ ਸੀਗੀ ਵੀ ਜਿਹੜਾ ਇਹ ਖੇਤੀ ਹੈਗੀ ਆ ਜਿਹੜੀ ਤੁਸੀਂ ਕੀਤੀ ਹੈ ਸਪੈਸ਼ਲ ਹੈਗੀ ਆ, ਤੇ ਮੈਕਸਿਮਮ ਇਹ ਹੁੰਦਾ ਵੀ ਬੰਦਾ ਕਣਕ ਬੀਜਦਾ ਜਾਂ ਚੌਲ ਬੀਜਦਾ ਜਾਂ ਕੋਈ ਵੀ ਚੀਜ਼ ਬੀਜਦਾ, ਗੰਨਾ ਬੀਜਦਾ, ਉਹਨੂੰ ਪਹਿਲਾਂ ਉੱਥੇ ਲਾਈਨਾਂ 'ਚ ਜਾ ਕੇ ਮੰਡੀ ਦੇ ਵਿੱਚ ਲੱਗੋ, ਫਸਲ ਕਦੀ ਮੀਂਹ ਨਾਲ ਖਰਾਬ ਹੁੰਦੀ ਆ, ਕਦੀ ਟਾਈਮ ਤੇ ਪੇਮੈਂਟ ਨਹੀਂ ਆਉਂਦੀ। ਤੇ ਇਹਦੇ ਵਿੱਚ ਕਿੱਦਾਂ ਦਾ ਐਕਸਪੀਰੀਅੰਸ ਤੁਹਾਡਾ ਪੇ ਹਟ ਕੇ ਆ? ਇਹਦੇ ਵਿੱਚ ਤਾਂ ਮਤਲਬ ਪਹਿਲਾਂ ਹੀ ਆਰਡਰ ਆਇਓ ਆ, ਮੈਂ ਉਹੀ ਦੇ ਰਿਹਾ ਵੀ ਬਾਕੀ ਜੇ ਕੋਈ ਹੁਣ ਫੋਨ ਆਉਂਦਾ ਉਹਨੂੰ ਕਹਿੰਦਾ ਕੋਈ ਨਹੀਂ ਤੁਹਾਨੂੰ ਦੱਸਦੇ ਆ ਰੋਕ ਕੇ ਤੁਹਾਨੂੰ ਵੀ ਅਜੇ ਨਹੀਂ ਹੈਗੇ ਅਵੇਲੇਬਲ। ਤੇ ਪਹਿਲਾਂ ਹੀ ਮਤਲਬ ਬੁਕਿੰਗ ਹੁੰਦੀ, ਕਿਉਂ ਇਹਦੇ 'ਚ 20 ਕੁ ਦਿਨ ਦਾ ਗੈਪ ਪੈ ਜਾਂਦਾ ਪੱਕਣ ਦੇ ਵਿੱਚ, ਤੇ ਉਹ 20 ਦਿਨ ਦੇ ਗੈਪ ਦੇ ਵਿੱਚ ਬਹੁਤ ਫੋਨ ਆਉਂਦੇ ਆ। ਫਿਰ ਹੁਣ ਪਰ ਇਹਦੀ ਜਿਹੜੀ ਹੁਣ ਪਿਕਿੰਗ ਕਰਨੀ ਆਪਾਂ 3-4 ਦਿਨ ਲਗਾਤਾਰ ਇਹ ਪੱਕੀ ਜਾਣੇ, ਆਪਾਂ ਸਾਰੇ ਤੋੜ ਲੈਣੇ ਆ। ਤੇ ਮਨਿੰਦਰ ਸਿੰਘ ਜੀ, ਹਰ ਜਿਹੜੀ ਫਸਲ ਆ ਜਾਂ ਹਰ ਕੋਈ ਫਰੂਟ ਆ ਉਹ ਇੱਕ ਸੀਜ਼ਨਲ ਫਰੂਟ ਹੁੰਦਾ। ਹਾਂਜੀ ਹਾਂਜੀ। ਤੇ ਇਹਦਾ ਜਿਹੜਾ ਕਿਹੜਾ ਸੀਜ਼ਨ ਆ ਜਾਂ ਪੂਰੇ ਸਾਲ ਹੀ ਚੱਲਦਾ ਹੈ? ਇਹ ਜੀ ਅਗਸਤ ਦੇ ਵਿੱਚ ਸਟਾਰਟਿੰਗ 'ਚ ਦੇ ਵਿੱਚ ਮਤਲਬ ਹੋ ਜਾਂਦਾ ਸਟਾਰਟ, ਤੇ ਇਹ ਜਾਣਾ ਦਸੰਬਰ-ਜਨਵਰੀ ਤੱਕ ਜਾਊਗਾ। ਇਹਦਾ ਲੱਗੀ ਜਾਣੇ ਆ, ਮਗਰ ਨਵੇਂ ਬਰਡ ਨਿਕਲੀ ਆਉਣੇ ਆ, ਉਹ ਪੱਕੀ ਜਾਣੇ ਆ, ਉਸ ਤੋਂ ਬਾਅਦ ਨਵੇਂ ਹੋਰ ਬਰਡ ਆਈ ਜਾਣੇ ਆ, ਮਤਲਬ ਚੱਲੀ ਜਾਣਾ ਕੰਮ। ਇਹ ਉਹ 6 ਮਹੀਨੇ ਚੱਲੀ ਜਾਣਾ ਕੰਮ। ਜਦੋਂ ਸਰ ਇਹਦਾ ਬੂਟਾ ਲੱਗ ਜਾਂਦਾ ਇੱਕ ਵਾਰ, ਤੇ ਕਿੰਨੇ ਕੁ ਚਿਰ 'ਚ ਜਿਹੜਾ ਉਹ ਫਲ ਦੇਣ ਲੱਗ ਪੈਂਦਾ? ਇਹ ਸਾਲ ਦੇ ਵਿੱਚ ਦੇਣ ਲੱਗ ਪੈਂਦਾ। ਜੇ ਤੁਹਾਡੇ ਜਿਹੜੀ ਪਨੀਰੀ ਤੁਸੀਂ ਲੈ ਕੇ ਆਉਣੇ ਨਾ, ਉਹ ਜਿਹੜਾ ਮੈਚਿਓਰ ਜਿਹੜੇ ਹੈਗੇ ਆ ਬਾਗ, ਜਿਹੜੇ ਜਿਨ੍ਹਾਂ ਨੂੰ ਮਤਲਬ 5-7-10 ਸਾਲ ਹੋ ਗਏ ਆ, ਜੇ ਉਹਨਾਂ ਤੋਂ ਤਿਆਰ ਕੀਤੀ ਆ ਪਨੀਰੀ, ਤਾਂ ਤੁਹਾਡਾ ਪਹਿਲੇ ਸਾਲ 'ਚ ਹੀ ਮਤਲਬ ਫਰੂਟ ਦੇਣ ਲੱਗ ਪੈਂਦਾ ਤੁਹਾਨੂੰ। ਮਤਲਬ ਭਾਵੇਂ 2 ਪੀਸ ਹੀ ਦੇਵੇ, ਪਹਿਲੇ ਸਾਲ ਹੀ ਤੁਹਾਡਾ ਫਰੂਟ ਆਊਗਾ ਤੁਹਾਨੂੰ। ਤੇ ਉਸ ਤੋਂ ਬਾਅਦ ਇਹਦੀ ਕਿੰਨੀ ਕੁ ਲਾਈਫ ਕਿੰਨੀ ਕੁ ਇਸ ਬੂਟੇ ਦੀ? ਲਾਈਫ ਇਹਦੀ 20-25 ਸਾਲ ਆ ਜੀ। ਬਸ ਮੇਨਟੇਨ ਕਰਨਾ ਤੁਸੀਂ ਇਹਨੂੰ, ਫੰਗਸ ਵਗੈਰਾ ਨਾ ਲੱਗੇ, ਕੋਈ ਬਿਮਾਰੀ ਬਹੁਤ ਘੱਟ ਲੱਗਦੀ, ਫੰਗਸ ਲੱਗਦੀ ਆ ਇੱਕ, ਉਹ ਤੋਂ ਜੇ ਤੁਸੀਂ ਕੰਟਰੋਲ ਕਰ ਲਿਆ ਤਾਂ ਇਹਨੂੰ ਹੋਰ ਮਤਲਬ ਕੋਈ ਜਾਨਵਰ ਨਹੀਂ ਖਰਾਬ ਕਰਦਾ, ਇਹਨੂੰ ਕੋਈ ਸੁੰਡੀ ਨਹੀਂ ਲੱਗਦੀ, ਸਿਰਫ ਫੰਗਸ ਲੱਗਦੀ ਆ, ਉਹਨੂੰ ਕੰਟਰੋਲ ਕਰ ਲਿਆ ਤੁਸੀਂ ਤਾਂ ਇਹਦੀ ਲਾਈਫ। ਤੁਸੀਂ ਦੱਸਿਆ ਵੀ ਇਹਨੂੰ ਫੰਗਸ ਲੱਗਦੀ ਆ। ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਸਾਰੇ ਚੱਲਿਆ ਹੋਇਆ ਆ, ਹਾਂਜੀ, ਖਾਸ ਕਰਕੇ ਸਿਹਤ ਨੂੰ ਦੇਖਦੇ ਹੋਏ, ਹੈਲਥ ਨੂੰ ਦੇਖਦੇ ਹੋਏ, ਵੀ ਦਵਾਈਆਂ ਦੀ ਜਿਹੜੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ। ਹਾਂਜੀ। ਤੇ ਜਿਹੜਾ ਡਰੈਗਨ ਫਰੂਟ ਦੀ ਜਿਹੜੀ ਖੇਤੀ ਹੈ, ਇਹਦੇ ਵਿੱਚ ਤੁਸੀਂ ਦਵਾਈਆਂ ਦੀ ਵਰਤੋਂ ਕਰਦੇ ਆ ਜਾਂ ਇਹ ਆਰਗੈਨਿਕ ਆ? ਇਹ ਆਰਗੈਨਿਕ ਹੈ ਜੀ, 100% ਆਰਗੈਨਿਕ ਆ। ਆਪਣਾ ਰਜਿਸਟਰ ਕਰਾਇਆ ਹੋਇਆ ਆ, ਤੇ ਸਰਟੀਫਿਕੇਟ ਆਪਾਂ ਨੂੰ ਮਿਲਿਆ ਹੋਇਆ ਇਹਦਾ ਰਜਿਸਟ੍ਰੇਸ਼ਨ ਦਾ। ਤੇ ਕੋਈ ਵੀ ਆਪਾਂ ਕੈਮੀਕਲ ਨਹੀਂ ਇੱਥੇ ਯੂਜ਼ ਕੀਤਾ, ਕੋਈ ਵੀ ਸਪਰੇਅ ਲਈ ਜਾਂ ਹੋ ਗਿਆ ਜਾਂ ਫਰਟੀਲਾਈਜ਼ਰ ਕੈਮੀਕਲ, ਉਹ ਕੁਛ ਨਹੀਂ ਯੂਜ਼ ਕਰਦੇ, ਸਾਰਾ ਆਰਗੈਨਿਕ ਹੀ ਰੱਖਿਆ ਹੋਇਆ। ਤੇ ਸਰ ਇੱਕ ਸਵਾਲ ਮੇਰਾ ਇਹ ਆ ਤੁਹਾਡੇ ਅੱਗੇ, ਖੇਤੀਬਾੜੀ ਵਿਭਾਗ ਸਾਡਾ ਜਾਂ ਬਾਗਬਾਨੀ ਵਿਭਾਗ, ਇਹਦੇ ਵੱਲੋਂ ਤੁਹਾਨੂੰ ਕੋਈ ਹੈਲਪ ਹੋਵੇ ਕਿਸੇ ਤਰ੍ਹਾਂ ਦੀ? ਨਹੀਂ, ਅਜੇ ਆਪਣੇ ਜਿਹੜਾ ਪੰਜਾਬ ਖੇਤੀਬਾੜੀ ਵਿਭਾਗ ਆ, ਇਹਨਾਂ ਕੋਲ ਅਜੇ ਇਹਦੇ ਬਾਰੇ ਨਹੀਂ ਹੈਗੀ, ਜਿੱਦਾਂ ਮਤਲਬ ਉਹਨਾਂ ਨੂੰ ਨਹੀਂ ਪਤਾ। ਜਿੱਦਾਂ ਗੁਜਰਾਤ ਵਗੈਰਾ ਜੇ ਪਹਿਲਾਂ ਆਇਆ ਆ, ਉਹ ਸਮਾਂ ਇਹ ਹੁਣ ਲੱਗਿਆ ਕਰਕੇ ਨਵੀਂ ਚੀਜ਼ ਆ, ਔਰ ਸਰਚ ਕਰ ਰਹੇ ਆ ਇਹਦੇ ਤੇ, ਹੋ ਸਕਦਾ ਉਹ ਕਹਿੰਦੇ ਫਿਊਚਰ ਦੇ ਵਿੱਚ ਕੀਤੀ ਸੀ ਜਿੱਦਾਂ ਬਾਗਬਾਨੀ ਵਾਲਿਆਂ ਨਾਲ ਜਾਂ ਖੇਤੀਬਾੜੀ ਵਾਲਿਆਂ ਨਾਲ ਸੰਪਰਕ ਕੀਤਾ ਜਾਵੇ? ਹਾਂਜੀ ਕੀਤੀ ਆ। ਉਹ ਵੀ ਮਤਲਬ ਸਾਡੇ ਕੋਲ ਆਏ ਸੀ, ਦੇਖਣ ਆਉਂਦੇ ਰਹਿੰਦੇ ਆ, ਤੇ ਉਹ ਮਤਲਬ ਕਰ ਰਹੇ ਆ ਟਰਾਈ ਵੀ ਫਿਊਚਰ ਦੇ ਵਿੱਚ ਆਪਾਂ ਇਹ ਤੇ ਕੋਈ ਸਬਸਿਡੀ ਵਗੈਰਾ ਮਤਲਬ ਪ੍ਰੋਵਾਈਡ ਕਰਵਾਈਏ ਵੀ। ਹਾਂ, ਕਿਉਂਕਿ ਸਰਕਾਰ ਵੀ ਕਹਿੰਦੀ ਆ ਵੀ ਰਵਾਇਤੀ ਫਸਲਾਂ ਤੋਂ ਹਟ ਕੇ ਆਪਾਂ ਫਸਲ ਬੀਜੀਏ, ਤੇ ਬਹੁਤ ਵਧੀਆ ਤੁਹਾਡਾ ਇੱਕ ਉਪਰਾਲਾ ਆ। ਪੰਜਾਬ ਦਾ ਜਿਹੜਾ ਯੂਥ ਆ, ਉਹਦੇ ਲਈ ਵੀ ਇਹਨਾਂ ਨੇ ਇੱਕ ਐਗਜ਼ਾਮਪਲ ਜਿਹੜੀ ਸੈੱਟ ਕੀਤੀ ਆ ਵੀ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਵੀ ਅਸੀਂ ਕਈ ਕੁਝ ਕਰ ਸਕਦੇ ਹਾਂ। ਜੇ ਸਾਡੇ ਮਨ ਦੇ ਵਿੱਚ ਇੱਕੋ ਹੀ ਧਾਰਨਾ ਬਣੀ ਹੋਈ ਆ ਵੀ ਪੰਜਾਬ ਦੇ ਵਿੱਚ ਜਿਹੜਾ ਬਿਜ਼ਨਸ ਹੈ ਨਹੀਂ ਜਾਂ ਰੋਜ਼ਗਾਰ ਹੈ ਨਹੀਂ, ਇਹ ਵੀ ਇੱਕ ਗੱਲ ਇਹਨਾਂ ਨੇ ਬਿਲਕੁਲ ਜਿਹੜੀ ਧਾਰਨਾ ਹੈ ਗਲਤ ਸਾਬਤ ਕਰ ਦਿੱਤੀ ਆ। ਕਿਉਂਕਿ 9-10 ਸਾਲ ਨਿਊਜ਼ੀਲੈਂਡ ਦੇ ਵਿੱਚ ਲਾਉਣ ਤੋਂ ਬਾਅਦ ਉਹਨਾਂ ਨੇ ਇੱਥੇ ਆ ਕੇ ਜਿਹੜੀ ਇਹ ਖੇਤੀ ਸ਼ੁਰੂ ਕੀਤੀ ਆ। ਤੇ ਸਰ ਮੈਂ ਇਹ ਪੁੱਛਣਾ ਚਾਹੂੰਗਾ ਵੀ ਕਿਹੜੀ ਕਿਹੜੀ ਚੀਜ਼ ਦਾ ਇਹਦੇ ਵਿੱਚ ਧਿਆਨ ਰੱਖਣਾ ਪੈਂਦਾ? ਜਿੱਦਾਂ ਫਸਲਾਂ ਦਾ ਤੁਸੀਂ ਦੱਸਿਆ, ਬਾਕੀ ਫਸਲਾਂ ਨੂੰ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਆ, ਇਹਨੂੰ ਇੱਕੋ ਹੀ ਆ ਜਿਹੜੀ ਫੰਗਸ ਦੀ ਬਿਮਾਰੀ ਜਿਹੜੀ ਲੱਗਦੀ ਆ, ਤੇ ਉਹ ਵੀ ਤੁਸੀਂ ਜਿਹੜਾ ਆਰਗੈਨਿਕ ਤਰੀਕੇ ਨਾਲ ਜਿਹੜਾ ਉਹਦਾ ਠੀਕ ਕਰਦੇ ਆ। ਤਾਂ ਮੈਂ ਦੇਖ ਰਿਹਾ ਪਿਆ ਫਲ ਦੇ ਉੱਤੇ ਜਿਹੜੀ ਜਾਲੀ ਲਾਈ ਹੋਈ ਆ, ਇਹ ਜਾਲੀ ਆਪਾਂ ਜਦੋਂ ਫਰੂਟ ਆਪਣਾ ਫੁੱਲ ਤੋਂ ਬਾਅਦ ਸਟਾਰਟ ਹੋ ਜਾਂਦਾ ਨਾ,
4 5 6 ਦਿਨ ਦਾ ਹੋ ਜਾਂਦਾ। ਉਸ ਤੋਂ ਬਾਅਦ ਫਿਰ ਆਪਾਂ ਇਹਦੇ ਉੱਪਰ ਜਾਲੀ ਪਾ ਦਈਦੀ ਆ। ਇੱਕ ਤਾਂ ਜਿਹੜਾ ਮੱਖੀ ਮੱਛਰ ਆਉਂਦਾ ਆ ਹਾਂਜੀ, ਉਹ ਫਿਰ ਇਹਦੀ ਕੁਆਲਿਟੀ ਜਿੱਦਾਂ ਖਰਾਬ ਕਰਦਾ, ਉੱਤੇ ਮਤਲਬ ਦਾਗ ਧੱਬੇ ਪੈ ਜਾਂਦੇ ਆ। ਹੁਣ ਦੇਖੋ ਇਹ ਪੂਰਾ ਵਧੀਆ ਫਰੂਟ ਵਾ, ਤੇ ਨਹੀਂ ਤਾਂ ਜੇ ਆਪਾਂ ਜਾਲੀ ਨਾ ਪਾਉਂਦੇ ਤਾਂ ਉਹ ਮਤਲਬ ਉਹਨੀ ਇਹਦੇ ਉੱਤੇ ਦਾਗ ਪਾ ਦੇਣੇ ਸੀਗੇ। ਉਹ ਫਿਰ ਕਿੰਨੇ ਦਿਨ ਦੇ ਵਿੱਚ ਰੈਡੀ ਹੋਣਾ ਜੀ ਇਹਨਾਂ ਹਲੇ? ਇਹ ਰੈਡੀ ਆ ਬਸ ਜੀ। ਅੱਛਾ, ਇਹਨੂੰ ਆਪਾਂ ਕੱਲ ਤੱਕ ਪਿਕ ਕਰ ਲੈਣਾ ਇਹਨੂੰ, ਹਨਾ, ਕਟਿੰਗ ਕਰਕੇ ਇਹਦੀ, ਤੇ ਆਪਾਂ ਤੋੜ ਲਵਾਂਗੇ ਇਹਨੂੰ। ਤਾਂ ਕਰਕੇ ਫਿਰ ਆਪਾਂ ਨੂੰ ਜਾਲੀਆਂ ਪਾਉਣੀਆਂ ਪੈਂਦੀਆਂ ਇਹਦੇ ਤੇ, ਵੀ ਜਿਹੜਾ ਮੱਖੀ ਮੱਛਰ ਆ ਉਹ ਮਤਲਬ ਇਹਨੂੰ ਖਰਾਬ ਨਾ ਕਰੇ। ਇਹ ਕਿੰਨੇ ਏਰੀਏ ਦੇ ਵਿੱਚ ਆਪਾਂ ਜਿਹੜਾ ਸ਼ੁਰੂ ਕੀਤਾ ਹੋਇਆ ਇਹ ਫਾਰਮ? ਇਹ 300 ਪੋਲ ਆਪਣੇ 600 6 ਕਨਾਲ ਹੋਣਾ ਜੀ। ਇੱਕ ਪੋਲ ਤੇ ਜਿੱਦਾਂ 4 ਬੂਟੇ ਲੱਗਦੇ ਆ, ਹਾਂਜੀ, ਤੇ ਆਪਾਂ ਮਤਲਬ 1200 ਬੂਟਾ ਲੱਗਾ ਹੋਇਆ। ਤੇ ਕਿੰਨਾ ਕੁ ਇਹਦਾ ਖਰਚਾ ਆਉਂਦਾ ਜਦੋਂ ਕਿਸੇ ਨੇ ਸਟਾਰਟ ਕਰਨਾ ਹੋਵੇ ਤਾਂ? ਸਟਾਰਟਿੰਗ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਜਿੱਦਾਂ 1000 ਘੱਟ ਏਰੀਆ ਕਿੰਨਾ ਰਿਕੁਆਇਰਡ ਆ ਕੋਈ ਜਾਂ? ਨਹੀਂ, ਉਹ ਤੁਹਾਡੀ ਮਰਜ਼ੀ ਆ। ਤੁਸੀਂ ਪੋਲ ਆਪ ਤਿਆਰ ਕਰਨੇ ਆ ਹਾਂਜੀ, ਤਾਂ ਕਿਤੇ ਉਹ ਕੰਕਰੀਟ ਦੇ ਪੋਲ ਤੁਸੀਂ ਲੈ ਕੇ ਆਉਣੇ ਆ। ਜੇ ਤੁਸੀਂ ਆਪ ਬਣਾਉਣੇ ਆ ਤੁਹਾਡਾ ਥੋੜਾ ਬਹੁਤ ਮਤਲਬ ਫਰਕ ਪੈ ਜਾਂਦਾ। ਜੇ ਤੁਸੀਂ ਬਣੇ ਬਣਾਏ ਲਿਆਉਣੇ ਉਹਨੇ ਵੀ ਆਪਣਾ ਮਾਰਜਨ ਰੱਖਣਾ ਆ, ਤੇ ਉਹਨਾਂ ਥੋੜਾ ਜਿਹਾ ਐਕਸਪੈਂਸਿਵ ਹੋ ਜਾਂਦਾ ਆ। ਤੇ ਮੰਨ ਕੇ ਚੱਲੋ ਤੁਸੀਂ 1000 ਰੁਪਈਆ ਵਿਦ ਪੋਲ ਤੇ ਵਿਦ ਪਲਾਂਟ ਤੁਹਾਨੂੰ ਕੋਸਟ ਆਊਗੀ। ਵੱਧ ਜਾਏ ਪਰ 1000 ਰੁਪਈਆ ਤੁਹਾਨੂੰ ਆ ਸਕਦੀ ਆ ਮਤਲਬ ਲਵਾਈ ਤੱਕ ਸਾਰਾ ਲਾ ਕੇ ਨਾ। ਤੇ ਉਸ ਤੋਂ ਬਾਅਦ ਕਿੰਨਾ ਗੱਲਾਂ ਦਾ ਤੁਸੀਂ ਧਿਆਨ ਰੱਖਦੇ ਆ ਇੱਥੇ, ਕਿਉਂਕਿ ਬਾਕੀ ਫਸਲਾਂ ਨੂੰ ਤਾਂ ਪਸ਼ੂਆਂ ਤੋਂ ਜਾਨਵਰਾਂ ਤੋਂ ਵੀ ਬਚਾਉਣਾ ਪੈਂਦਾ? ਜਾਨਵਰਾਂ ਤੋਂ ਤਾਂ ਆਪਾਂ ਵੀ ਨਾਲ ਤਾਰ ਲਾਈ ਹੋਈ ਆ ਚਾਰੇ ਪਾਸੇ ਇਹਦੇ, ਵੀ ਕੋਈ ਜਿੱਦਾਂ ਸੂਰ ਵਗੈਰਾ ਸਾਡੇ ਏਰੀਏ 'ਚ ਹੈਗੇ ਆ, ਅੱਛਾ, ਸੂਰ ਵਗੈਰਾ ਨਾ ਹੋਣ ਤਾਂ ਉਹ ਕਰੰਟ ਛੱਡਣਾ ਪੈਂਦਾ ਸਾਨੂੰ। ਤੇ ਬਾਕੀ ਚੋਰੀ ਦਾ ਵੀ ਡਰ ਵਾ, ਪਿੱਛੇ ਤੋੜ ਕੇ ਕਿਸੇ ਨੂੰ ਪਤਾ ਨਹੀਂ ਹੁਣ ਪੱਕੇ ਆ ਜਾਂ ਕੱਚੇ ਕਿੱਦਾਂ ਇਹ ਉਹ ਦੇਖੇ ਨਹੀਂ। ਹੈ ਵੀ ਕਾਸਟਲੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਮਾਰਕੀਟ ਵਿੱਚ ਮੈਨੂੰ ਲੱਗਦਾ ਪਏ 100-125 ਰੁਪਏ ਪਰ ਪੀਸ ਹੋਣਾ, ਇਹ ਇੰਨਾ ਕੀ ਹੋਣਾ ਜੇ? ਹਾਂਜੀ, ਆਪਾਂ ਇੱਥੇ 100 ਰੁਪਏ ਪੀਸ ਵਿਕੀ ਜਾਂਦਾ ਸਾਡਾ। ਅੱਛਾ ਜੀ, ਹਾਂਜੀ, 100 ਰੁਪਏ ਪੀਸ ਲੈ ਕੇ ਜਾਂਦੇ ਜਿਹੜਾ ਵੀ ਕੋਈ ਲੈ ਕੇ ਜਾਂਦਾ। ਸਰ ਮੈਂ ਦੇਖ ਰਿਹਾ ਪਏ ਜਿੱਦਾਂ ਤੁਸੀਂ ਦੱਸਿਆ ਵੀ ਪੋਲ ਹੈ ਜਿਹੜੇ ਲਾਇਓ ਆ, ਇੱਕ ਪੋਲ ਦੇ ਨਾਲ ਜਿਹੜੇ 4 ਜਿਹੜੇ ਬੂਟੇ ਲੱਗਣੇ ਆ ਇਹਦੇ, ਹਾਂਜੀ, ਤੇ ਬਾਕੀ ਕਾਫੀ ਏਰੀਆ ਮੈਂ ਦੇਖ ਰਿਹਾ ਜਿਹੜਾ ਖਾਲੀ ਆ। ਕੀ ਆਪਾਂ ਇਹਨੂੰ ਹੋਰ ਕਿਸੇ ਫਸਲ ਲਈ ਯੂਜ਼ ਕਰ ਸਕਦੇ ਆਪਾਂ? ਹਾਂਜੀ ਭਾਜੀ, ਇਹ ਜਿੱਦਾਂ 12 ਫੁੱਟ ਦੇ ਉੱਤੇ ਲੱਗੇ ਹੋਏ ਆ ਪੋਲ, ਇਹਨਾਂ ਜਿਹੜਾ ਡਿਸਟੈਂਸ ਆ, ਤੇ ਆਪਾਂ ਇਹਦੇ ਵਿੱਚ ਕੋਈ ਵੀ ਕ੍ਰੌਪ ਕਰ ਸਕਦੇ ਹਾਂ ਜਿਹੜੀ ਮਤਲਬ ਇਹਨਾਂ ਦੀ ਹਾਈਟ ਤੋਂ ਜ਼ਿਆਦਾ ਨਾ ਜਾਵੇ, ਥੱਲੇ ਰਵੇ ਨਾ। ਆਪਾਂ ਕੋਈ ਵੀ ਜਿਹੜੀ ਫਸਲ ਲੈ ਸਕਦੇ ਹਾਂ, ਜਿੱਦਾਂ ਆ ਮੂਲੀਆਂ ਸ਼ਾਗਮਲ ਹੋ ਗਏ, ਹੁਣ ਗਾਂ ਲੱਗਣੇ ਆ, ਸਾਗ ਲਾ ਲਓ ਤੁਸੀਂ, ਸਰੋਂ ਲਾ ਲਓ, ਇਦਾਂ ਦੀ ਕੋਈ ਫਸਲ, ਕਣਕ ਵੀ ਲੱਗ ਸਕਦੀ ਹੈ। ਇਹ ਡਰੈਗਨ ਫਰੂਟ ਦੀ ਜਿਹੜੀ ਖੇਤੀ ਆ, ਅਸੀਂ ਇਹਨੂੰ ਕਾਫੀ ਲਾਹੇਵੰਦ ਮੰਨ ਸਕਦੇ ਹਾਂ, ਕਿਉਂਕਿ ਆਪਾਂ ਸਾਡੀ ਜ਼ਮੀਨ ਵੀ ਲਗਭਗ ਵਿਹਲੀ ਆਪਾਂ ਮੰਨ ਸਕਦੇ ਹਾਂ। ਹਾਂਜੀ, ਫਸਲ ਆਪਾਂ ਬੀਜ ਸਕਦੇ ਹਾਂ ਉੱਥੇ, ਬਿਲਕੁਲ, ਤੇ ਇਹਦੀ ਖੇਤੀ ਵੀ ਆਪਾਂ ਕਰ ਸਕਦੇ ਹਾਂ। ਤੇ ਹਰ ਜਿਹੜਾ ਫਲ ਆ ਇੱਕ ਉਹਦੀ ਆਪਣੀ ਇੱਕ ਅਹਿਮੀਅਤ ਹੁੰਦੀ ਆ ਸੀਜ਼ਨ ਦੇ ਹਿਸਾਬ ਨਾਲ। ਹਾਂਜੀ, ਤੇ ਇਹ ਜਿਹੜਾ ਫਲ ਆ ਮੈਂ ਕਾਫੀ ਸੁਣਿਆ ਪਏ ਜਿਹੜਾ ਕਾਫੀ ਵਧੀਆ ਆ ਫਲ, ਇਹ ਸਿਹਤ ਲਈ ਵੀ। ਹਾਂਜੀ, ਹਾਂਜੀ। ਤੇ ਕੀ ਤੁਸੀਂ, ਕਿਉਂਕਿ ਇਹਦੇ ਬਾਰੇ ਸਟੱਡੀ ਕਾਫੀ ਕੀਤੀ ਹੋਣੀ ਆ, ਕਿੰਨਾ ਕੁ ਲਾਹੇਵੰਦ ਆ ਜਿਹੜਾ ਸਿਹਤ ਲਈ, ਜਾਂ ਭਾਜੀ ਖਾਸ ਕਰ ਜਿੱਦਾਂ ਆਉਣ ਵਾਲੇ ਹੁਣ ਸੀਜ਼ਨ ਵਿੱਚ ਮੋਰੇ ਚੇਂਜ ਹੋ ਜਾਣਾ ਤੇ ਸੈਲ ਡਾਊਨ ਹੋ ਜਾਂਦੇ ਆ ਜਾਂ ਇਦਾਂ ਪ੍ਰੋਬਲਮਾਂ ਜਿਹੜੀਆਂ ਆਉਂਦੀਆਂ? ਹੁਣ ਵੀ ਭਾਜੀ ਕਾਫੀ ਜਿਹੜੇ ਲੈ ਕੇ ਜਾਂਦੇ ਆ, ਮੋਸਟਲੀ ਜਿਨ੍ਹਾਂ ਦੇ ਸੈੱਲ ਘਟੇ ਹੋਏ ਆ ਉਹੀ ਲੈ ਕੇ ਜਾਂਦੇ ਆ। ਡਾਕਟਰ ਨੂੰ ਰਿਕਮੈਂਡ ਕਰਦੇ ਆ ਵੀ ਡਰੈਗਨ ਫਰੂਟ ਖਾਓ ਤੁਸੀਂ, ਤੇ ਜਿਹੜੇ ਪਲੇਟਲੈਟ ਆਪਣੇ ਘਟਦੇ ਉਹਦੇ ਵਾਸਤੇ ਤਾਂ ਬਹੁਤ ਫਾਇਦੇਮੰਦ ਆ ਇਹੋ। ਤੇ ਬਾਕੀ ਆਪਣਾ ਕੈਂਸਰ ਵਾਸਤੇ ਹੋ ਗਿਆ, ਆਪਣਾ ਬਲੱਡ ਸ਼ੂਗਰ ਲੋ ਕਰਦਾ ਇਹੋ, ਮਤਲਬ ਓਵਰਆਲ ਆਪਣੀ ਬੋਡੀ ਲਈ ਇਹਦੇ ਕਾਫੀ ਫਾਇਦੇ ਆ ਜਿੱਦਾਂ। ਪਰ ਵੀ ਇਹ ਕਹਿ ਰਹੀ ਆ ਵੀ ਖਾਸ ਕਰਕੇ ਜਿਹੜਾ ਹੈ ਝੋਨਾ ਬੀਜਣਾ ਜਿਹੜਾ ਬੰਦ ਕੀਤਾ ਜਾਵੇ, ਕਿਉਂਕਿ ਪਾਣੀ ਦਾ ਲੈਵਲ ਜਿਹੜਾ ਆ ਕਾਫੀ ਜਿਹੜਾ ਨੀਵਾਂ ਜਾ ਚੁੱਕਾ ਉਹ। ਹਾਂਜੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਜਿਹੜੀ ਪ੍ਰੋਬਲਮ ਆਏਗੀ। ਬਿਲਕੁਲ। ਤੇ ਇਹ ਜਿਹੜੀ ਫਸਲ ਆ, ਇਹ ਕਿੰਨਾ ਕੁ ਪਾਣੀ ਜਿਹੜਾ ਮੰਗਦੀ ਜੀ? ਇਹਦਾ ਜੀ ਫਸਲ ਇਦਾਂ ਗਰਮੀਆਂ 'ਚ ਆਪਾਂ ਇਹਨੂੰ ਘੱਟ ਪਾਣੀ ਲਾਉਣਾ, ਅੱਛਾ, ਸਿਆਲਾਂ ਨੂੰ ਥੋੜਾ ਜ਼ਿਆਦਾ, ਉਲਟਾ ਕੰਮ ਆ ਇਹਦਾ। ਤੇ ਇਹਨੂੰ ਡ੍ਰਿਪ ਦੇ ਨਾਲ ਆਪਾਂ ਪਾਣੀ ਲਾਈਦਾ, ਤੇ 2 ਘੰਟੇ ਪਾਣੀ, 1.5 ਘੰਟਾ ਛੱਡੀਦਾ ਪਾਣੀ ਇਹਨੂੰ ਡ੍ਰਿਪ ਦੇ ਨਾਲ, ਬਹੁਤ ਥੋੜਾ ਪਾਣੀ ਲੱਗਦਾ ਇਹਨੂੰ। ਤੇ ਜ਼ਰੂਰੀ ਨਹੀਂ ਆਪਾਂ ਇਹਦਾ ਮਤਲਬ ਆਪਾਂ ਇਹ ਵੀ ਇਹ ਕਹਿ ਸਕਦੇ ਪਏ ਜਿਹੜਾ ਆ ਇਹ ਫਸਲ ਜਿਹੜੀ ਆ ਜਾਂ ਇਹ ਖੇਤੀ ਜਿਹੜੀ ਆ ਇਹ ਪਾਣੀ ਨੂੰ ਬਚਾਉਣ ਦੇ ਵਿੱਚ ਵੀ ਜਿਹੜੀ ਆ ਇੱਕ ਹੈਲਪ ਕਰੇਗੀ? ਬਿਲਕੁਲ, ਬਿਲਕੁਲ ਜੀ। ਇਹਨੂੰ ਮਤਲਬ ਇਹ ਜ਼ਮੀਨ ਵੀ ਇਹਨੂੰ ਚਾਹੀਦੀ ਹੈ, ਜਿੱਦਾਂ ਮੈਰਾ ਜ਼ਮੀਨ ਆ ਸਾਡੀ, ਇਹਦੇ ਵਾਸਤੇ ਬਹੁਤ ਵਧੀਆ। ਇੱਕ ਭਾਰੀ ਜ਼ਮੀਨ ਆ ਜਿੱਥੇ ਪਾਣੀ ਖੜਾ ਰਹਿੰਦਾ ਆ, ਤੇ ਉੱਥੇ ਵੀ ਫੰਗਸ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਆ। ਜਿੱਥੇ ਪਾਣੀ ਦੀ ਨਿਕਾਸੀ ਛੇਤੀ ਪਾਣੀ ਸੁੱਕ ਜਾਂਦਾ, ਉਹ ਜ਼ਮੀਨ ਇਹਦੇ ਵਾਸਤੇ ਜ਼ਿਆਦਾ ਵਧੀਆ ਆ। ਸਰ ਤੁਸੀਂ ਇਹ ਤਾਂ ਦੱਸਿਆ ਪਏ ਜਿਹੜੀ ਬਿਲਕੁਲ ਆਰਗੈਨਿਕ ਆ ਇਹ, ਅਸੀਂ ਇਹ 'ਚ ਦਵਾਈ ਵਗੈਰਾ ਕੋਈ ਯੂਜ਼ ਨਹੀਂ ਕਰਦੇ। ਜਿਹੜੀ ਆਰਗੈਨਿਕ ਤਰੀਕੇ ਨਾਲ ਤੁਸੀਂ ਉਹਦਾ ਫੰਗਸ ਦਾ ਇਲਾਜ ਕਰਦੇ ਆ, ਇਹਦਾ ਕੋਈ ਸਿਸਟਮ ਆਪਣੇ ਕੋਲ ਹੈਗਾ ਕੋਈ? ਕੀ ਆ ਇਹਦਾ? ਆਪਾਂ ਜੀ ਆਪਣੇ ਸੁਡੋਮੋਨਾਸ, ਟ੍ਰਾਈਕੋਡਰਮਾ, ਇਹ ਬਾਇਓਲੋਜੀਕਲ ਪ੍ਰੋਡਕਟ ਹੈਗੇ ਆ। ਬਾਕੀ ਆਪਾਂ ਜਿੱਦਾਂ ਅੱਕ ਹੋ ਗਿਆ, ਨਿੰਮ ਦੇ ਪੱਤੇ ਹੋ ਗਏ, ਧਤੂਰਾ ਹੋ ਗਿਆ, ਉਹਨਾਂ ਦਾ ਮਤਲਬ ਡਰਮ ਦੇ ਵਿੱਚ ਉਹਨਾਂ ਨੂੰ ਭੇਂ ਕੇ ਰੱਖ ਲਈਦਾ, ਤੇ ਉਹ ਜਦੋਂ 10-15 ਦਿਨ ਹੋ ਜਾਂਦੇ ਆ, ਫਿਰ ਉਹਦਾ ਘੋਲ ਜਿਹੜਾ ਪਾਣੀ ਨਿਤਾਰ ਕੇ ਉਹ ਪਾਣੀ 'ਚ ਮਿਕਸ ਕਰਕੇ ਸਪਰੇਅ ਕਰੀਦੀ ਆ। ਇੱਕ ਆਪਾਂ ਜਦੋਂ ਉੱਥੋਂ ਰੋਡ ਤੋਂ ਐਂਟਰ ਕੀਤੇ ਆ, ਉੱਥੇ ਬਿਲਕੁਲ ਇੱਕ ਖਾਦ ਕੋਈ ਤਿਆਰ ਕਰਨੇ ਦਾ ਕੋਈ ਸਿਸਟਮ ਜਿਹਾ ਕੀਤਾ ਪਿਆ, ਉਹ ਇਹਦੇ ਵਾਸਤੇ ਆ ਜਾਂ ਹੋਰ ਕਿਸੇ ਵਾਸਤੇ? ਹਾਂਜੀ, ਉਹ ਇਹਦੇ ਵਾਸਤੇ ਹੀ ਆ। ਜਿੱਦਾਂ ਆਪਾਂ ਡੀਕੰਪੋਜ਼ਰ ਤਿਆਰ ਕਰੀਦਾ ਜਿਹੜਾ, ਉਹ ਆਪਾਂ ਪਾਣੀ ਦੇ ਨਾਲ ਛੱਡੀਦਾ,
ਤੇ ਜਾਂ ਫੰਗੀਸਾਈਡ ਜਿਹੜਾ ਤੁਹਾਨੂੰ ਮੈਂ ਦੱਸਿਆ ਤਿਆਰ ਕਰੀਦੇ ਆ, ਉਹੀ ਆਪਾਂ ਯੂਜ਼ ਕਰਦੇ ਆ, ਕੋਈ ਕੈਮੀਕਲ ਨਹੀਂ ਯੂਜ਼ ਕਰੀਦਾ। ਮੈਂ ਹੁਣ ਇਹ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਤੁਸੀਂ 9 ਸਾਲ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਲਾਏ ਆ, ਨਿਊਜ਼ੀਲੈਂਡ ਬਹੁਤ ਵਧੀਆ ਕੰਟਰੀ ਆ ਇੱਕ। ਹਾਂਜੀ ਹਾਂਜੀ ਵੈਸੇ ਤਾਂ ਹਰ ਦੇਸ਼ ਜਿਹੜਾ ਆ ਉੱਥੇ ਦੇ ਨਾਗਰਿਕ ਲਈ ਵਧੀਆ ਹੀ ਹੁੰਦਾ। ਬਿਲਕੁਲ। ਤੇ ਕੀ ਤੁਹਾਨੂੰ ਲੱਗਦਾ ਵੀ ਉੱਥੋਂ ਆਉਣ ਤੋਂ ਬਾਅਦ ਤੁਹਾਨੂੰ ਕਦੀ ਇਹ ਮਹਿਸੂਸ ਤਾਂ ਨਹੀਂ ਹੋਇਆ ਵੀ ਮੈਂ ਉਸ ਦੇਸ਼ ਨੂੰ ਛੱਡ ਕੇ ਇੱਥੇ ਆ ਗਿਆ, ਤਾਂ ਕੋਈ ਤੁਹਾਨੂੰ ਕਦੀ ਡੀਮੋਟੀਵੇਸ਼ਨ ਲੱਗੀ ਹੋਵੇ ਜਾਂ ਇਦਾਂ ਦਾ ਕੁਝ ਤਾਂ ਨਹੀਂ ਕਦੀ ਲੱਗਾ? ਨਹੀਂ, ਇਦਾਂ ਦਾ ਨਹੀਂ ਕੁਝ ਹੋਇਆ। ਉੱਦਾਂ ਵੀ ਜਿੱਥੇ ਰਹਿ ਗਏ ਮਿਸ ਤਾਂ ਆਪਾਂ ਉਸ ਚੀਜ਼ ਨੂੰ ਕਰਦੇ ਹੀ ਆ, ਆਪਣੇ ਫਰੈਂਡ ਸਰਕਲ ਉੱਥੇ ਜਿੱਦਾਂ ਬਣ ਜਾਂਦਾ ਆ। ਪਰ ਠੀਕ ਆ, ਉੱਥੇ ਵੀ ਬਿਜੀ ਸੀਗੇ, ਹੁਣ ਇੱਥੇ ਵੀ ਮਤਲਬ ਬਿਜੀ ਆ। ਖੇਤੀ ਦਾ ਕੰਮ ਆ, ਨਾਲ ਜਿਮ ਆ ਮੇਰਾ, ਤੇ ਸਵੇਰੇ ਸ਼ਾਮ ਜਿਮ ਹੋਈਦਾ, ਉੱਧਰ ਵੀ ਟਾਈਮ ਦੇਣਾ ਪੈਂਦਾ, ਤੇ ਆ ਜੋ ਖੇਤੀਬਾੜੀ ਆ ਉੱਧਰ ਵੀ ਦੇਈਦਾ। ਸਰ ਤੁਸੀਂ ਦੱਸਿਆ ਵੀ ਖੇਤੀਬਾੜੀ ਨਾਲ ਹੀ ਤੁਹਾਡਾ ਜਿਹੜਾ ਫੈਮਿਲੀ ਰਿਲੇਟਡ ਆ ਸ਼ੁਰੂ ਤੋਂ। ਹਾਂਜੀ। ਤੇ ਇਸ ਤੋਂ ਇਲਾਵਾ ਆਪਾਂ ਡਰੈਗਨ ਫਰੂਟ ਤੋਂ ਇਲਾਵਾ ਹੋਰ ਹੁਣ ਕਿਹੜੀ ਇਸ ਲਈ ਖੇਤੀ ਆਪਣੀ ਨਾਲ ਹੋ ਰਹੀ ਆ? ਹੋਰ ਆਪਣੇ ਕਮਾਦ ਲਾਇਆ ਜੀ ਜ਼ਿਆਦੇ, ਆਪਾਂ ਬੇਲ ਨਾਲ ਲਾਇਆ ਹੋਇਆ, ਪਿਛਲੇ ਸਾਲ ਲਾਇਆ ਸੀਗਾ। ਤੇ ਆਰਗੈਨਿਕ ਆਪਣਾ ਕਮਾਦ ਆ, ਉਹ ਗੁੜ ਵੀ ਆਰਗੈਨਿਕ ਆਪਾਂ ਵੇਚਿਆ ਕਾਫੀ, ਉਹ ਵੀ ਮਤਲਬ ਡਿਮਾਂਡ ਕਾਫੀ ਆ, ਆਪਣੇ ਤੋਂ ਪੂਰਾ ਨਹੀਂ ਹੋਇਆ। ਤੇ ਉਹਦੇ ਮੱਦੇ ਨਜ਼ਰ ਹੀ ਆਵਾ ਫਿਰ ਐਤਕੀ ਜ਼ਿਆਦਾ ਕਮਾਦ ਬੀਜਿਆ ਆਪਣਾ, ਵੀ ਸਾਨੂੰ ਮੁੱਲ ਲੈਣ ਦੀ ਲੋੜ ਨਾ ਪਵੇ। ਮੈਂ ਦੇਖ ਰਿਹਾ ਪਿਆ ਬਿਲਕੁਲ ਜਿਹੜਾ ਆਪਣਾ ਫਾਰਮ ਆ, ਇਹਦੇ ਨਾਲ ਦੀ ਸਾਈਡ ਵੀ ਇੱਕ ਫਸਲ ਕੋਈ ਲੱਗੀ ਹੋਈ ਆ। ਇਹ ਮੂੰਗਫਲੀ ਆ ਜੀ, ਮੂੰਗਫਲੀ ਦਾ ਆਪਾਂ ਕੀ ਟਰਾਈ ਕੀਤਾ, 2 ਕਨਾਲ ਬੀਜੀ ਆ, ਵਧੀਆ ਹੋਈ ਆ, ਥੱਲੇ ਫਲ ਪੈ ਗਿਆ। ਉੱਦਾਂ ਕਦੀ ਬੀਜੀ ਨਹੀਂ ਪਹਿਲਾਂ, ਐਤਕੀ ਟਰਾਈ ਕੀਤਾ ਤੇ ਵਧੀਆ ਉਹਦਾ ਰਿਜ਼ਲਟ ਹੀ ਰਿਹਾ, ਤਾਂ ਗਾਂ ਵਧਾਵਾਂਗੇ ਵੀ। ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਇਹ ਧੰਨਵਾਦ ਕਰਦਾ, ਕਿਉਂਕਿ ਜਿੱਦਾਂ ਸਰਕਾਰ ਦੇ ਵੀ ਨਿਰਦੇਸ਼ ਆ ਇਹ ਵੀ ਜਿਹੜਾ ਆ ਆਪਾਂ ਪਾਣੀ ਨੂੰ ਬਚਾਈਏ, ਆਪਣੇ ਵਾਤਾਵਰਨ ਨੂੰ ਬਚਾਈਏ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਆ ਜਲ ਹੈ ਤਾਂ ਕੱਲ੍ਹ ਹੈ, ਇਹ ਜਿਹੜੀ ਧਾਰਨਾ ਵੀ ਹੈ ਇੱਕ। ਬਿਲਕੁਲ ਜੀ। ਤੇ ਤੁਸੀਂ ਬਿਲਕੁਲ ਜਿਹੜੀ ਇਹ ਖੇਤੀ ਸ਼ੁਰੂ ਕੀਤੀ ਆ, ਬਿਲਕੁਲ ਘੱਟ ਪਾਣੀ ਇਹ ਤੇ ਲੱਗਦਾ, ਤੇ ਬਿਲਕੁਲ ਦਵਾਈਆਂ ਤੋਂ ਰਹਿਤ ਜਿਹੜੀ ਖੇਤੀ ਤੁਸੀਂ ਕਰ ਰਹੇ ਹੋ। ਹਾਂਜੀ ਹਾਂਜੀ। ਤੇ ਇਹਦੇ ਲਈ ਮੈਂ ਤੁਹਾਡਾ ਆਪਣੀ ਟੀਮ ਵੱਲੋਂ ਵੀ ਧੰਨਵਾਦ ਕਰਦਾ। ਥੈਂਕ ਯੂ ਜੀ। ਤੇ ਮੈਂ ਲਾਸਟ ਵਿੱਚ ਤੁਹਾਡਾ ਮੈਸੇਜ ਲੈਣਾ ਚਾਹੂੰਗਾ ਵੀ ਯੂਥ ਲਈ, ਜਿਹੜਾ ਯੂਥ ਪੰਜਾਬ ਨੂੰ ਛੱਡ ਕੇ ਜਾਂ ਇਗਨੋਰ ਕਰਕੇ ਹਾਂਜੀ ਬਾਹਰ ਜਾ ਰਿਹਾ, ਉਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ? ਇਹ ਵੀ ਬੜਾ ਇੱਕ ਗੰਭੀਰ ਮਸਲਾ ਜੀ ਆ ਸਾਡੇ ਪੰਜਾਬ ਦੇ ਵਿੱਚ, ਜਿਹੜਾ ਵੀ ਸਾਰਾ ਯੂਥ ਹੀ ਹੁਣ ਬਾਹਰ ਨੂੰ ਮਤਲਬ ਸਿੱਧਾ ਹੋਇਆ ਆ। ਤੇ ਮਤਲਬ ਇੱਥੇ ਸਰਕਾਰਾਂ ਹੁਣ ਪਤਾ ਹੀ ਆ ਕੁਛ ਨਹੀਂ ਕਰਦੀਆਂ, ਕਰਕੇ ਬੰਦਾ ਮਜਬੂਰੀ ਪਾਸੇ ਹੀ ਜਾਂਦਾ ਵੀ ਇੱਥੇ ਜੋ ਹਾਲਾਤ ਵਾ। ਤੇ ਪਰ ਜੇ ਕੁਛ ਕਰਨਾ ਚਾਹੁੰਦੇ ਤਾਂ ਇੱਥੇ ਕਰ ਸਕਦੇ, ਪਰ ਇੱਥੇ ਸਟਰਗਲ ਜ਼ਿਆਦੇ ਆ, ਬਾਹਰ ਘੱਟ ਆ, ਬਟ ਸਟਰਗਲ ਤਾਂ ਉੱਥੇ ਵੀ ਹੈਗੀ ਆ। ਤੇ ਜੇ ਤੁਸੀਂ ਸਟਰਗਲ ਮਤਲਬ ਫੇਸ ਕਰ ਸਕਦੇ ਆ ਤਾਂ ਇੱਥੇ ਵੀ ਕੁਛ ਨਾ ਕੁਛ ਕਰ ਸਕਦੇ ਆ ਤੁਸੀਂ। ਤੇ ਬਾਕੀ ਜਿਹੜੀਆਂ ਰਵਾਇਤੀ ਫਸਲਾਂ ਵਗੈਰਾ ਉਹ ਤੋਂ ਤੁਹਾਨੂੰ ਚੇਂਜ ਕਰਨਾ ਹੀ ਪੈਣਾ, ਫੇਰ ਹੀ ਕੁਛ ਵਾ। ਕਣਕ ਝੋਨੇ ਵਿੱਚ ਤਾਂ ਆਪਾਂ ਜੇ ਫਸੇ ਰਵਾਂਗੇ, ਭਾਵੇਂ ਥੋੜਾ ਟਰਾਈ ਕਰੀਏ, ਆਪਾਂ ਟਰਾਈ ਕਰਕੇ ਦੇਖੀਏ ਥੋੜਾ ਜਿਹਾ ਡਿਫਰੈਂਟ, ਵੀ ਇਹਨੂੰ ਹੁਣ ਚਲੋ 2 ਸਾਲ ਹੋ ਗਏ ਆ ਮੈਨੂੰ, ਤੇ ਪਹਿਲੇ ਸਾਲ ਕੋਈ ਪ੍ਰੋਫਿਟ ਨਹੀਂ ਆਇਆ, ਬਟ ਇਹ ਸੋਚ ਕੇ ਚੱਲਿਆ ਮੂਹਰੇ 25 ਸਾਲ ਮਤਲਬ ਇਹਦੀ ਕੋਈ ਵਾਹ ਭਾਈ ਜਾਂ ਪੱਟ ਕੇ ਬੀਜਣਾ, ਬੀਜ ਹੋਰ ਲਿਆਉਣਾ, ਉਹ ਤਾਂ ਆਪਾਂ ਨੂੰ ਕੋਈ ਖਰਚਾ ਨਹੀਂ ਆ ਰਿਹਾ ਨਾ। ਤੇ ਜੇ ਆਪਾਂ ਨੂੰ ਵੇਟ ਕਰਨੀ ਪੈਣੀ ਆ 2 ਸਾਲ, ਚਲੋ ਇਸ ਸਾਲ ਆਪਣਾ ਦੂਜੇ ਸਾਲ ਹੀ ਵਧੀਆ ਹੋ ਗਿਆ, ਇਹਦਾ ਇਨਕਮ ਲੱਗ ਪਈ ਆ ਹੁਣ ਸਾਨੂੰ। ਤੇ ਨਾਲ ਦੀ ਨਾਲ ਇਹ ਵੀ ਤੁਸੀਂ ਇੱਕ ਵਾਰ ਫੇਰ ਜ਼ਰੂਰ ਦੱਸ ਦਿਓ ਵੀ ਜਿਹੜਾ ਇਹਦਾ ਏਰੀਆ ਜਿਹੜਾ ਆ ਇਹ ਫੁੱਲ ਲੱਗਣ ਤੋਂ ਬਾਅਦ ਬਾਕੀ ਸਾਰਾ ਖਾਲੀ, ਇੱਥੇ ਹੋਰ ਫਸਲ ਅਸੀਂ ਜਿਹੜੀ ਵੀ ਆ ਘੱਟ ਹਾਈਟ ਵਾਲੀ ਬਿਲਕੁਲ ਇਹ ਤੋਂ ਜਿਹੜੀ ਬੀਜ ਸਕਦੇ ਆ? ਹਾਂਜੀ, ਆਪਾਂ ਬੀਜ ਸਕਦੇ ਆ, ਉਹਦੇ ਤੇ ਆਪਣਾ ਜਿਹੜਾ ਖਰਚਾ ਪਾਣੀ ਆਪਣਾ ਚੱਲਿਆ ਰਹਿੰਦਾ। ਜੇ ਆਪਾਂ ਵਿੱਚ ਕੋਈ ਇੰਟਰਕ੍ਰੌਪ ਕਰਦੇ ਆ ਤੇ ਆਪਾਂ ਇਹ ਥਾਂ ਜੇ ਆਪਣਾ ਬੀਜੀ ਵੀ ਆ 1 ਸਾਲ ਵਾਸਤੇ, ਤਾਂ ਆਪਾਂ ਇਹਦੇ ਤੋਂ ਆਪਣੀ ਇਨਕਮ ਕੋਈ ਨਾ ਕੋਈ ਕੱਢ ਸਕਦੇ ਆ। ਸਰ ਅਸੀਂ ਜਦੋਂ ਵੀ ਕੋਈ ਬਿਜ਼ਨਸ ਕਰਦੇ ਆ ਜਾਂ ਖੇਤੀ ਕਰਦੇ ਆ, ਸਾਡਾ ਸਭ ਤੋਂ ਮੇਨ ਮਕਸਦ ਇਹ ਹੁੰਦਾ ਵੀ ਸਾਨੂੰ ਉਹਦੇ ਤੋਂ ਇਨਕਮ ਜਿਹੜੀ ਆ ਕਿੰਨੀ ਹੋ ਰਹੀ ਆ। ਹਾਂਜੀ ਹਾਂਜੀ। ਤੇ ਇਹ ਜਿਹੜੀ ਖੇਤੀ ਆ ਤੁਸੀਂ ਦੱਸਿਆ ਵੀ ਤੁਸੀਂ ਬਿਲਕੁਲ ਨਵੀਂ ਸ਼ੁਰੂ ਕੀਤੀ ਆ 2 ਸਾਲ ਤੋਂ, ਤੇ ਫਿਰ ਵੀ ਜਿਹੜਾ 2 ਸਾਲ ਦਾ ਤੁਹਾਡਾ ਐਕਸਪੀਰੀਅੰਸ ਆ, ਕੀ ਤੁਹਾਨੂੰ ਲੱਗਦਾ ਵੀ ਕਿੰਨਾ ਕੁ ਲਾਹੇਵੰਦ ਹੈ ਜਾਂ ਕਿੰਨੀ ਕੁ ਇਨਕਮ ਇੱਥੋਂ ਜਿਹੜੀ ਹੋ ਜਾਂਦੀ ਆ? ਇਹ ਭਾਈ ਤੁਸੀਂ ਮੰਨ ਕੇ ਚੱਲੋ ਜੀ, ਆਪਾਂ ਇੱਕ ਪੋਲ ਦੇ ਉੱਤੋਂ ਐਤਕੀ 3 ਕਿਲੋ ਫਰੂਟ ਵੀ ਸਾਨੂੰ 6 ਮਹੀਨੇ ਦਸੰਬਰ ਤੱਕ ਨਿਕਲਦਾ ਇੱਕ ਪੋਲ ਤੋਂ, ਤਾਂ ਆਪਣਾ 300 ਪੋਲ ਵਾ, ਤਾਂ ਆਪਣਾ 900 ਕਿਲੋ ਫਰੂਟ ਹੋ ਜਾਣਾ। ਤੇ ਆਪਣਾ 300 ਨੂੰ ਵੀ ਜੇ ਕਿਲੋ ਜਾਂਦਾ ਆਪਣਾ, ਉਹਦਾ ਤਾਂ ਆਪਾਂ ਪੀਸ ਵੇਚਦੇ ਹਾਂ। ਸਪੋਜ਼ ਕਰੋ ਆਪਾਂ 300 ਨੂੰ ਵੀ ਇਹਨੂੰ ਕਿਲੋ ਵੇਚਦੇ ਤਾਂ ਆਪਣਾ 2.5 ਲੱਖ ਤੋਂ ਉੱਪਰ ਦੀ ਇਨਕਮ ਹੋ ਜਾਂਦੀ ਆਪਣੀ, ਤੇ ਵਧੀਆ ਇਨਕਮ ਦਾ ਮਤਲਬ। ਤੇ ਉਸ ਤੋਂ ਬਾਅਦ ਤੁਸੀਂ ਦੱਸਿਆ ਵੀ ਇਹ ਤੋਂ ਤਾਂ ਇਨਕਮ ਜਿਹੜੀ ਵਧੀਆ ਹੋ ਜਾਂਦੀ ਆ, ਮਿਹਨਤ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਤੇ ਇਸ ਦੇ ਵਿੱਚ ਜਿਹੜੀ ਫਸਲ ਬੀਜਣੀ ਆ ਉਹ ਅਲੱਗ ਹੋਊਗੀ? ਹਾਂਜੀ ਹਾਂਜੀ, ਉਹ ਅਲੱਗ ਤੋਂ। ਇਹ ਤਾਂ ਸਿਰਫ ਡਰੈਗਨ ਫਰੂਟ ਦੀ ਇਨਕਮ ਦੀ ਗੱਲ ਕਰਦੇ ਆਪਾਂ, ਜਿਹੜੀ ਆਪਾਂ ਇੰਟਰਕ੍ਰੋਪਿੰਗ ਕਰਨੀ ਆ ਉਹਦਾ ਤਾਂ ਉਹਦੇ ਵੱਖਰੀ ਮਤਲਬ। ਤੇ ਮੈਨੂੰ ਤਾਂ ਇਹ ਲੱਗਦਾ ਵੀ ਤੁਹਾਡੀ ਜਿਹੜੀ ਇਹ ਵੀਡੀਓ ਦੇਖ ਕੇ ਆ ਹੋਰ ਵੀ ਕਾਫੀ ਜਿਹੜੇ ਕਿਸਾਨ ਆ ਜਾਂ ਨਵਾਂ ਕੋਈ ਯੂਥ ਆ, ਉਹ ਜ਼ਰੂਰ ਇਹ ਟਰਾਈ ਕਰੂਗਾ। ਉਹ ਨਹੀਂ, ਥੋੜਾ ਕਰਨਾ ਚਾਹੀਦਾ, ਚਾਹੇ ਇੰਨਾ ਨਹੀਂ, ਤੁਸੀਂ ਮਤਲਬ 100 ਪੋਲ ਤੋਂ ਹੀ ਟਰਾਈ ਕਰ ਲਓ। 100 ਪੋਲ ਹੀ ਕੋਈ ਲਾ ਕੇ ਦੇਖੇ ਤਾਂ ਮਤਲਬ ਤੁਹਾਨੂੰ ਸਾਲ ਦੇ ਵਿੱਚ ਰਿਜ਼ਲਟ ਪਤਾ ਲੱਗ ਜੂਗਾ ਵੀ ਕੁਛ ਨਾ ਕੋਈ ਥੋੜਾ ਬਹੁਤ ਏਰੀਆ ਤੁਹਾਨੂੰ ਮਤਲਬ ਕੁਛ ਇਦਾਂ ਦੀ ਫਸਲ ਦੇ ਥੱਲੇ ਲਿਆਉਣਾ ਚਾਹੀਦਾ। ਇੱਕ ਸਰ ਜ਼ਰੂਰ ਤੁਸੀਂ ਦੱਸ ਦਿਓ, ਕੁਐਸਚਨ ਮੈਂ ਤੁਹਾਨੂੰ ਪੁੱਛ ਲੈਣਾ, ਜੇ ਕੋਈ ਆਪਣੇ ਏਰੀਆ ਦੇ ਵਿੱਚ ਹੋਰ ਕੋਈ ਸਟਾਰਟ ਕਰਨਾ ਚਾਹੁੰਦਾ ਹੋਵੇ ਤਾਂ ਉਹ ਗਾਈਡੈਂਸ ਲੈਣਾ ਚਾਹੁੰਦਾ ਹੋਵੇ ਤਾਂ ਤੁਹਾਨੂੰ ਉਹ ਸੰਪਰਕ ਕਰ ਸਕਦਾ? ਹਾਂਜੀ ਬਿਲਕੁਲ ਬਿਲਕੁਲ ਕਰ ਸਕਦਾ ਜੀ। ਇਹ ਸਨ ਸਾਡੇ ਨਾਲ ਮਨਿੰਦਰ ਸਿੰਘ ਜੀ,
ਜਿਨ੍ਹਾਂ ਨੇ ਇੱਕ ਉਦਾਹਰਨ ਸੈੱਟ ਕੀਤੀ ਆ ਖਾਸ ਕਰਕੇ ਯੂਥ ਲਈ। 9 ਸਾਲ ਨਿਊਜ਼ੀਲੈਂਡ ਦੇ ਵਿੱਚ ਲਾਉਣ ਤੋਂ ਬਾਅਦ ਜਿੱਦਾਂ ਉਹਨਾਂ ਨੇ ਦੱਸਿਆ ਵੀ ਕੋਈ ਕਾਰਨ ਬਣਿਆ ਸੀ ਜਿਹੜਾ ਉਹਨਾਂ ਨੂੰ ਵਾਪਸ ਆਉਣਾ ਪਿਆ ਪੰਜਾਬ ਦੇ ਵਿੱਚ ਵਾਪਸ। ਤੇ ਇੱਥੇ ਆ ਕੇ ਜਦੋਂ ਇਹਨਾਂ ਦੇ ਮਨ ਵਿੱਚ ਇਹ ਗੱਲ ਆਈ ਵੀ ਮੈਨੂੰ ਹੁਣ ਵਾਪਸ ਜਾਣਾ ਪੈਣਾ, ਤਾਂ ਇਹਨਾਂ ਨੇ ਡੀਮੋਟੀਵੇਟ ਹੋਣ ਦੀ ਜਗ੍ਹਾ ਪਹਿਲਾਂ ਤੋਂ ਇਹ ਤਿਆਰੀ ਸ਼ੁਰੂ ਕਰ ਦਿੱਤੀ ਮੈਂ ਪੰਜਾਬ ਦੇ ਵਿੱਚ ਜਾ ਕੇ ਕਰਨਾ ਕੀ ਆ। ਤੇ ਇਹਨਾਂ ਨੇ YouTube ਦੇ ਉੱਤੋਂ ਜਿਹੜਾ ਆ ਡਰੈਗਨ ਫਰੂਟ ਦੀ ਜਿਹੜੀ ਖੇਤੀ ਦਾ ਉਹ ਸਾਰੀ ਜਾਣਕਾਰੀ ਲਈ ਵੀ ਕਿੱਦਾਂ ਇਹ ਕੀਤੀ ਜਾਂਦੀ ਆ, ਕੀ ਇਹਦੇ ਰਿਕੁਆਇਰਮੈਂਟ ਹੈਗੀ ਆ। ਤੇ ਉਸ ਤੋਂ ਬਾਅਦ ਇੱਥੇ ਆ ਕੇ ਜਿਹੜੇ ਇੰਡੀਆ ਦੇ ਵਿੱਚ ਕੁਝ ਫਾਰਮ ਚੱਲ ਰਹੇ ਆ ਉੱਥੋਂ ਨਾਲ ਸਲਾਹ ਇਹਨਾਂ ਨੇ ਲੈ ਕੇ ਤੇ ਜਿਹੜੀ ਹੁਣ ਖੇਤੀ ਸ਼ੁਰੂ ਕੀਤੀ ਆ। ਤੇ ਇਸ ਦੇ ਨਾਲ ਮੈਂ ਬਾਗਬਾਨੀ ਵਿਭਾਗ ਨੂੰ ਤੇ ਖੇਤੀਬਾੜੀ ਵਿਭਾਗ ਨੂੰ ਵੀ ਇਹ ਆਪਣੇ ਵੱਲੋਂ ਇਹ ਜ਼ਰੂਰ ਮੈਸੇਜ ਲਾਉਂਗਾ ਆਪਣੇ ਵੀਡੀਓ ਦੇ ਰਾਹੀਂ ਵੀ ਇੱਦਾਂ ਦੇ ਜਿਹੜੇ ਯੂਥ ਸਾਡਾ ਹੈਗਾ, ਹੋਣਹਾਰ ਯੂਥ ਹੀ ਮੈਂ ਇਹਨੂੰ ਕਹੂੰਗਾ, ਉਹਦੀ ਜਿੱਦਾਂ ਵੀ ਇਹ ਹੈਲਪ ਕਰ ਸਕਦੇ ਆ ਹੈਲਪ ਕਰਨ। ਕਿਉਂਕਿ ਸਰਕਾਰ ਇਹ ਕਹਿੰਦੀ ਆ ਵੀ ਆਪਾਂ ਰਵਾਇਤੀ ਫਸਲਾਂ ਤੋਂ ਹਟ ਕੇ ਖੇਤੀ ਕਰੀਏ, ਤੇ ਇਹਨਾਂ ਨੇ ਜਿਹੜੀ ਬਿਲਕੁਲ ਇਹ ਉਹ ਉਦਾਹਰਨ ਸੈੱਟ ਕੀਤੀ ਹੈ ਇੱਕ ਰਵਾਇਤੀ ਫਸਲਾਂ ਤੋਂ ਹਟ ਕੇ ਇਹਨਾਂ ਨੇ ਜਿਹੜੀ ਇਹ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਆ। ਤੇ ਇਹਨਾਂ ਨੇ ਇਹ ਵੀ ਦੱਸਿਆ ਵੀ ਹਲੇ 2 ਸਾਲ ਹੋਏ ਆ, ਪਰ ਜਿਹੜਾ ਇਹ ਵਧੀਆ ਇਹਦਾ ਜਿਹੜਾ ਲਾਹੇਵੰਦ ਜਿਹੜਾ ਕੀਤਾ ਆ ਇਹ। ਤੇ ਇੱਕ ਇਹ ਵੀ ਮੈਂ ਦੱਸੂਗਾ ਕਿਸਾਨਾਂ ਨੂੰ ਖਾਸ ਕਰਕੇ ਜਿਨ੍ਹਾਂ ਦੀ ਇਹ ਕੰਪਲੇਂਟ ਹੁੰਦੀ ਆ ਵੀ ਉਹ ਮੰਡੀ ਦੇ ਵਿੱਚ ਲਾਈਨਾਂ 'ਚ ਉਹਨਾਂ ਨੂੰ ਲੱਗਣਾ ਪੈਂਦਾ, ਉਸ ਤੋਂ ਬਾਅਦ ਫਸਲ ਉਹਨਾਂ ਦੀ ਮੀਂਹ ਨਾਲ ਖ਼ਰਾਬ ਹੋ ਜਾਂਦੀ, ਹਨੇਰੀ ਨਾਲ ਖ਼ਰਾਬ ਹੋ ਜਾਂਦੀ ਆ। ਤੇ ਇਹ ਫਸਲ ਦੇ ਵਿੱਚ ਇਦਾਂ ਦਾ ਵੀ ਕੋਈ ਚੱਕਰ ਨਹੀਂ ਹੈਗਾ। ਇਹਨਾਂ ਦੀ ਜਿਹੜੀ ਫਸਲ ਆ ਉਹ ਐਡਵਾਂਸ ਜਿਹੜੀ ਆ ਬੁਕਿੰਗ ਦੇ ਉੱਤੇ ਜਿਹੜੀ ਆ ਉਹ ਬੁੱਕ ਹੋ ਚੁੱਕੀ ਆ। 10 ਟੈਲਰ ਨਿਊਜ਼ ਦੇ ਲਈ ਹਰਪਾਲ ਲਾਡਾ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।